ਹੈਲੋ ਸਟੂਡੈਂਟਸ, ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਆਪਣੀ ਸੋਲਵਰ ਅਕੈਡਮੀ ਤੇ। ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਾਂ ਇਸ ਅਕੈਡਮੀ ਤੇ ETT 59 ਦੀ ਤਿਆਰੀ ਕਰਵਾ ਰਹੇ ਹਾਂ ਤੇ ਆਪਣਾ ਜਿਹੜਾ ਸਬਜੈਕਟ ਚੱਲ ਰਿਹਾ ਹੈ ਉਹ ਚੱਲ ਰਿਹਾ ਸੋਸ਼ਲ ਸਾਇੰਸ ਤੇ ਆਪਾਂ ਉਸ ਦਾ ਭਾਗ ਭੂਗੋਲ ਕਰਾ ਰਹੇ ਹਾਂ, ਯਾਨੀ ਕਿ ਜੀਓਗ੍ਰਾਫੀ। ਤੇ ਅੱਜ ਆਪਾਂ ਉਸ ਦਾ ਜੋ ਦੂਜਾ ਲੈਸਨ ਕਰ ਰਹੇ ਹਾਂ, ਅੱਜ ਆਪਾਂ ਉਸ ਦਾ ਦੂਜਾ ਪਾਰਟ ਕਰਾਂਗੇ। ਤੇ ਇਸ ਦੂਜੇ ਲੈਸਨ ਦਾ ਪਾਰਟ 1 ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਤੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ। ਤੇ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਆ ਤੇ ਆਪਾਂ ਪਹਿਲੇ ਪੁਆਇੰਟ ਵੱਲ ਵਧਦੇ ਆ। ਤੇ ਆਪਣਾ ਪਹਿਲਾ ਪੁਆਇੰਟ ਹੈਗਾ ਹਿਮਾਲਿਆ ਪਰਬਤ। ਦੇਖੋ ਪਾਰਟ 1 ਵਿੱਚ ਆਪਾਂ ਕਰਵਾ ਚੁੱਕੇ ਹਾਂ ਕਿ ਹਿਮਾਲਿਆ ਪਰਬਤ ਹੈ ਜੋ ਉਹ ਕਿੱਥੇ ਹੈ। ਤੇ ਤੁਸੀਂ ਪਾਰਟ 1 ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਪਾਰਟ 1 ਜ਼ਰੂਰ ਦੇਖੋ। ਤੇ ਇਸ ਦਾ ਜੋ ਦੋ ਪਾਰਟ ਨੇ, ਜੋ ਹਿਮਾਲਿਆ ਪਰਬਤ ਦੇ ਆਪਾਂ ਨੇ 5 ਭਾਗ ਕੀਤੇ ਸੀ ਤੇ ਉਸ ਦੇ 2 ਭਾਗ ਆਪਾਂ ਪਾਰਟ 1 ਵਿੱਚ ਕਰਾਏ ਹੈ। ਤੇ ਆਪਾਂ ਹੁਣ ਪਾਰਟ ਦੂਜੇ ਵਿੱਚ ਇਸ ਦਾ ਤੀਜਾ ਜੋ ਭਾਗ ਕਰਾਂਗੇ। ਤੇ ਇਸ ਦਾ ਤੀਜਾ ਭਾਗ ਹੈ ਛੋਟਾ ਹਿਮਾਲਿਆ। ਤੇ ਇਸ ਦੇ ਆਪਾਂ ਜੋ ਇੰਪੋਰਟੈਂਟ ਪੁਆਇੰਟ ਨੇ ਉਹ ਦੇਖਦੇ ਹਾਂ। ਇਸ ਨੂੰ ਮੱਧ ਜਾਂ ਵਿਚਕਾਰਲਾ ਹਿਮਾਲਿਆ ਵੀ ਕਿਹਾ ਜਾਂਦਾ ਹੈ। ਦੇਖੋ ਜੋ ਛੋਟਾ ਹਿਮਾਲਿਆ ਹੈ, ਜੋ ਤੀਜਾ ਭਾਗ ਹੈ ਹਿਮਾਲਿਆ ਪਰਬਤ ਦਾ, ਤੇ ਇਸ ਨੂੰ ਮੱਧ ਜਾਂ ਵਿਚਕਾਰਲਾ ਹਿਮਾਲਿਆ ਵੀ ਕਿਹਾ ਜਾਂਦਾ ਹੈ। ਇਹ ਅੱਜ ਤੋਂ 30 ਸਾਲ ਪਹਿਲਾਂ ਹੋਂਦ ਵਿੱਚ ਆਇਆ। ਇਹ ਜਿਹੜਾ ਛੋਟਾ ਹਿਮਾਲਿਆ ਹੈ ਇਹ ਅੱਜ ਤੋਂ 30 ਸਾਲ ਪਹਿਲਾਂ ਜੋ ਹੋਂਦ ਵਿੱਚ ਆਇਆ। ਤੇ ਇਸ ਦਾ ਜਿਹੜਾ ਨੈਕਸਟ ਪੁਆਇੰਟ ਬਣਦਾ ਹੈ, ਇਸ ਦੀ ਔਸਤਨ ਉਚਾਈ 5050 ਮੀਟਰ ਹੈ। ਇਸ ਦੀ ਚੋਟੀਆਂ ਜ਼ਿਆਦਾਤਰ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਜਿਹੜਾ ਜੋ ਛੋਟਾ ਹਿਮਾਲਿਆ ਹੈ ਇਸ ਦੀ ਜੋ ਉਚਾਈ ਹੈ ਉਹ ਕਿੰਨੀ ਹੈ, 5500 ਮੀਟਰ। ਤੇ ਇਸ ਦੀ ਜਿਹੜੀ ਚੋਟੀਆਂ ਨੇ ਉਹ ਜ਼ਿਆਦਾਤਰ ਬਰਫ਼ ਨਾਲ ਢੱਕੀਆਂ ਰਹਿੰਦੀਆਂ ਨੇ। ਇਸ ਦਾ ਨੈਕਸਟ ਪੁਆਇੰਟ ਬਣਦਾ ਹੈ, ਇਸ ਉੱਤੇ ਪੀਰ ਪੰਜਾਲ, ਦੌਲਦਾਰ, ਮਸੂਰੀ, ਸ਼ਿਮਲਾ, ਸ੍ਰੀਨਗਰ, ਨੈਨੀਤਾਲ, ਕਾਂਗੜਾ, ਕੁੱਲੂ ਘਾਟੀ ਅਤੇ ਦਾਰਜੀਲਿੰਗ ਸਥਿਤ ਹਨ। ਜਿਹੜਾ ਇਹ ਛੋਟਾ ਹਿਮਾਲਿਆ ਹੈ ਇਸੇ 'ਤੇ ਜਿਹੜਾ ਪੀਰ ਪੰਜਾਲ ਹੈ, ਦੌਲਦਾਰ ਹੈ, ਮਸੂਰੀ ਹੈ, ਸ਼ਿਮਲਾ ਹੈ, ਸ੍ਰੀਨਗਰ ਹੈ, ਨੈਨੀਤਾਲ ਹੈ, ਕਾਂਗੜਾ, ਕੁੱਲੂ ਘਾਟੀ, ਜਿਹੜੇ ਵੀ ਇੰਪੋਰਟੈਂਟ ਨੇ, ਜਿਹੜੇ ਜਗ੍ਹਾ ਨੇ, ਜਿਹੜੇ ਜਿਸ 'ਤੇ ਆਪਾਂ ਸੈਰ 'ਤੇ ਜਾਂਦੇ ਹਾਂ, ਯਾਨੀ ਕਿ ਉਸ ਨੂੰ ਘੁੰਮਣ 'ਤੇ ਆਪਾਂ ਜਾਂਦੇ ਹਾਂ, ਜਿਸ ਨੂੰ ਆਪਾਂ ਦੇਖਣ ਲਈ ਜਾਂਦੇ ਹਾਂ, ਉਹ ਜਿਹੜੇ ਮਹੱਤਵਪੂਰਨ ਜਿਹੜੇ ਘਾਟੀਆਂ ਨੇ ਉਹ ਛੋਟੇ ਹਿਮਾਲਿਆ 'ਤੇ ਸਥਿਤ ਹਨ। ਇਸ ਉੱਤੇ ਹੀ ਸੈਰ ਕੀਤੀ ਜਾਂਦੀ ਹੈ। ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਸੈਰ ਕਰਨ ਲਈ ਹੈ, ਜਿਹੜਾ ਉਹ ਜਿੱਥੇ ਆਪਾਂ ਜਾਂਦੇ ਹਾਂ ਉਹ ਛੋਟੇ ਹਿਮਾਲਿਆ 'ਤੇ ਸਥਿਤ ਹਨ। ਤੇ ਆਪਾਂ ਇਸ ਦਾ ਚੌਥਾ ਭਾਗ ਦੇਖਦੇ ਹਾਂ। ਜੋ ਹਿਮਾਲਿਆ ਪਰਬਤ ਹੈ ਆਪਾਂ ਇਸ ਦਾ ਚੌਥਾ ਭਾਗ ਦੇਖਦੇ ਹਾਂ। ਉਸ ਦਾ ਨਾਂ ਹੈ ਸ਼ਿਵਾਲਿਕ, ਲੜੀ ਤੇ ਪੂਰਵਾਂਚਲ। ਇਸ ਨੂੰ ਆਪਾਂ ਮੈਪ ਵਿੱਚ ਦੇਖਦੇ ਹਾਂ ਕਿ ਜਿਹੜਾ ਇੱਧਰ ਆਪਾਂ ਕੀਤਾ ਸੀ ਕਿ ਹਿਮਾਲਿਆ ਪਰਬਤ ਇੱਧਰ ਹੈ, ਇਹ ਵਾਲਾ ਹਿਮਾਲਿਆ ਪਰਬਤ ਹੈ ਸਾਰਾ ਦਾ ਸਾਰਾ। ਤੇ ਤੁਸੀਂ ਦੇਖੋ ਜਿਹੜਾ ਆਪਾਂ ਨੇ ਪਹਿਲਾਂ ਇਸ ਦਾ ਭਾਗ ਕੀਤਾ ਸੀ ਟਰਾਂਸ ਹਿਮਾਲਿਆ, ਉਹ ਇੱਧਰ ਹੈ। ਤੇ ਇਸ ਦਾ ਦੂਜਾ ਕੀਤਾ ਸੀ ਉੱਚਤਮ ਹਿਮਾਲਿਆ, ਉਹ ਇੱਧਰ ਹੈ। ਤੇ ਆਪਾਂ ਇਸ ਦਾ ਤੀਜਾ ਪਾਰਟ ਕੀਤਾ ਹੈ ਹੁਣ, ਉਹ ਹੈ ਛੋਟਾ ਹਿਮਾਲਿਆ, ਉਹ ਇੱਧਰ ਹੈ। ਤੇ ਆਪਾਂ ਹੁਣ ਜਿਹੜਾ ਕਰ ਰਹੇ ਹਾਂ ਉਹ ਹੈ, ਦੇਖੋ ਤੁਸੀਂ ਇਹ ਵਾਲਾ ਜੋ ਯੈਲੋ ਕਲਰ ਹੈ ਉਹ ਹੈਗਾ ਸ਼ਿਵਾਲਿਕ ਪਹਾੜੀਆਂ, ਜਿਹੜਾ ਆਪਾਂ ਹੁਣ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਇਸ ਦੇ ਪੁਆਇੰਟ ਜਿਹੜੇ ਪੜ੍ਹ ਲੈਂਦੇ ਹਾਂ। ਇਸ ਦੇ ਪੁਆਇੰਟ ਨੇ, ਇਸ ਨੂੰ ਬਾਹਰੀ, ਦੱਖਣੀ ਅਤੇ ਉਪ ਹਿਮਾਲਿਆ ਵੀ ਕਿਹਾ ਜਾਂਦਾ ਹੈ। ਦੇਖੋ ਜਿਹੜਾ ਇਹ ਹਿਮਾਲਿਆ ਹੈ, ਜਿਹੜੇ ਇਹ ਲਾਈਨ ਵਿੱਚ ਤੁਸੀਂ ਦੇਖ ਸਕਦੇ ਹੋ, ਇਹ ਲਾਈਨ ਵਿੱਚ ਜਿਹੜੇ ਇਹ ਹਿਮਾਲਿਆ ਨੇ, ਜਿਹੜਾ ਪਹਿਲਾ ਟਰਾਂਸ ਹਿਮਾਲਿਆ, ਉੱਚਤਮ ਹਿਮਾਲਿਆ ਤੇ ਤੀਜਾ ਛੋਟਾ ਹਿਮਾਲਿਆ ਤੇ ਇਹ ਵਾਲਾ ਸ਼ਿਵਾਲਿਕ, ਇਹ ਬਾਹਰੀ ਯਾਨੀ ਕਿ ਇਹ ਇਹਨਾਂ ਚਾਰਾਂ ਵਿੱਚੋਂ ਸਭ ਤੋਂ ਜਿਹੜਾ ਬਾਹਰ ਹੈ, ਜਿਹੜਾ ਇਹਨਾਂ ਚਾਰਾਂ ਵਿੱਚੋਂ ਇਹ ਸਭ ਤੋਂ ਬਾਹਰ ਹੈ, ਤਾਂ ਕਰਕੇ ਇਸ ਨੂੰ ਬਾਹਰੀ। ਦੱਖਣੀ, ਇਹ ਤੁਸੀਂ ਦੇਖੋਗੇ ਜਿਹੜਾ ਇਹ ਉੱਤਰ ਸਿਰ ਹੈ ਭਾਰਤ ਦਾ ਤੇ ਇਹ ਦੱਖਣ ਵੱਲ ਜਿਹੜਾ ਜਾ ਰਿਹਾ ਹੈ, ਇਸ ਨੂੰ ਤਾਂ ਕਰਕੇ ਦੱਖਣੀ ਅਤੇ ਉਪ ਹਿਮਾਲਿਆ ਯਾਨੀ ਕਿ ਹਿਮਾਲਿਆ ਦਾ ਇੱਕ ਛੋਟਾ ਭਾਗ ਵੀ ਕਿਹਾ ਜਾਂਦਾ ਹੈ। ਇਸ ਦਾ ਨੈਕਸਟ ਪੁਆਇੰਟ ਹੈ, ਇਸ ਨੂੰ ਜੰਮੂ ਵਿੱਚ ਜੰਮੂ ਦੇ ਪਹਾੜ, ਅਰੁਣਾਚਲ ਪ੍ਰਦੇਸ਼ ਵਿੱਚ ਡਫਲਾ, ਅਬੋਰ, ਮਿਸਰੀ, ਮੇਰੀ ਅਤੇ ਉੱਤਰਾਖੰਡ ਵਿੱਚ ਦੁਧਵਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਹੜਾ ਆਪਾਂ ਕਰ ਰਹੇ ਹਾਂ ਸ਼ਿਵਾਲਿਕ ਪਹਾੜ ਹੈ, ਯਾਨੀ ਕਿ ਉਸ ਨੂੰ ਜੰਮੂ ਵਿੱਚ ਕੀ ਕਹਿੰਦੇ ਹਨ, ਜੰਮੂ ਦੇ ਪਹਾੜ, ਤੇ ਅਰੁਣਾਚਲ ਪ੍ਰਦੇਸ਼ ਵਿੱਚ ਕਹਿੰਦੇ ਨੇ ਇਸ ਨੂੰ ਡਫਲਾ, ਅਬੋਰ, ਮਿਸਲੀ, ਮੇਰੀ, ਤੇ ਉੱਤਰਾਖੰਡ ਵਿੱਚ ਇਸ ਨੂੰ ਕਹਿੰਦੇ ਨੇ ਦੁਧਵਾ। ਇਸ ਦਾ ਨੈਕਸਟ ਪੁਆਇੰਟ ਹੈ,
ਅਰੁਣਾਚਲ ਪ੍ਰਦੇਸ਼ ਵਿੱਚ ਦਿਹਾਂਗ ਤੋਂ ਹਿਮਾਲਿਆ ਪਰਬਤ ਅਚਾਨਕ ਦੱਖਣ ਦੀ ਵੱਲ ਮੁੜ ਜਾਂਦਾ ਹੈ। ਇਸ ਸ਼੍ਰੇਣੀ ਨੂੰ ਆਪਾਂ ਪੂਰਵਾਂਚਲ ਸ਼੍ਰੇਣੀ ਕਿਹਾ ਜਾਂਦਾ ਹੈ। ਆਪਾਂ ਜਿਹੜਾ ਇਸ ਦਾ ਪੁਆਇੰਟ ਦੇਖਿਆ ਸੀ ਕਿ ਇਸ ਦਾ ਜਿਹੜਾ ਪੁਆਇੰਟ ਆਪਾਂ ਦੇਖਿਆ ਸੀ ਕਿ ਸ਼ਿਵਾਲਿਕ ਪਹਾੜੀ ਅਤੇ ਪੂਰਵਾਂਚਲ, ਤੇ ਆਪਾਂ ਪੂਰਵਾਂਚਲ ਦੇਖਦੇ ਹਾਂ ਕਿ ਜਿਹੜਾ ਸ਼ਿਵਾਲਿਕ ਪਹਾੜ ਹੈ ਇਹ ਅਚਾਨਕ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਦਿਹਾਂਗ ਤੋਂ ਹਿਮਾਲਿਆ ਪਰਬਤ ਅਚਾਨਕ ਦੱਖਣ ਦਿਸ਼ਾ ਵੱਲ ਮੁੜ ਜਾਂਦਾ ਹੈ। ਤੁਸੀਂ ਮੈਪ ਵਿੱਚ ਦੇਖ ਸਕਦੇ ਹੋ। ਇਹ ਜਿਹੜਾ ਤੁਸੀਂ ਦੇਖੋਗੇ ਇਹ ਆਪਣਾ ਭਾਰਤ ਦਾ ਜਿਹੜਾ ਮੈਪ ਹੈ, ਤੇ ਇਹ ਜਿਹੜੀ ਜੋ ਲਾਈਨ ਜੀ ਲੱਗੀ ਹੋਈ ਹੈ ਇਹ ਹੈ ਹਿਮਾਲਿਆ ਪਰਬਤ, ਤੇ ਜਿਹੜਾ ਇੱਧਰ ਹੈ ਜੋ ਸ਼ਿਵਾਲਿਕ ਪਹਾੜ ਹੈ, ਤੇ ਸ਼ਿਵਾਲਿਕ ਪਹਾੜ ਹੈ ਜਿਹੜਾ ਉਹ ਅਰੁਣਾਚਲ ਪ੍ਰਦੇਸ਼ ਵਿੱਚ, ਯਾਨੀ ਕਿ ਅਰੁਣਾਚਲ ਪ੍ਰਦੇਸ਼ ਇੱਧਰ ਹੈ, ਤੇ ਜਿਹੜਾ ਸ਼ਿਵਾਲਿਕ ਪਹਾੜ ਹੈ ਉਹ ਇੱਧਰ ਜਾ ਕੇ ਦੱਖਣ ਵੱਲ, ਜਿਹੜਾ ਪਹਾੜ ਦਾ ਦੱਖਣ ਇੱਧਰ ਹੈ ਤੇ ਇਹ ਦੱਖਣ ਵੱਲ ਮੁੜ ਜਾਂਦਾ ਹੈ। ਇਸ ਨੂੰ ਕੀ ਕਹਿੰਦੇ ਆਪਾਂ? ਪੂਰਵਾਂਚਲ ਸ਼੍ਰੇਣੀ। ਇਸ ਨੂੰ ਕੀ ਕਹਿੰਦੇ ਆਪਾਂ? ਪੂਰਵਾਂਚਲ ਸ਼੍ਰੇਣੀ ਕਿਹਾ ਜਾਂਦਾ ਹੈ। ਤੇ ਆਪਾਂ ਇਸ ਦਾ ਨੈਕਸਟ ਪੁਆਇੰਟ ਦੇਖਦੇ ਹਾਂ। ਇਸ ਦਾ ਨੈਕਸਟ ਪੁਆਇੰਟ ਹੈ ਇਸ ਦੀ ਲੰਬਾਈ 2400 ਕਿਲੋਮੀਟਰ ਯਾਨੀ ਕਿ 2400 ਕਿਲੋਮੀਟਰ, ਤੇ ਚੌੜਾਈ ਹਿਮਾਚਲ ਪ੍ਰਦੇਸ਼ ਵਿੱਚ 50 ਕਿਲੋਮੀਟਰ ਅਤੇ ਬ੍ਰਹਮਪੁੱਤਰ ਘਾਟੀ ਵਿੱਚ 15 ਕਿਲੋਮੀਟਰ ਤੋਂ ਵੀ ਘੱਟ ਹੈ। ਜਿਹੜਾ ਇਹ ਆਪਾਂ ਹੁਣ ਕਰ ਰਹੇ ਹਾਂ ਸ਼ਿਵਾਲਿਕ ਪਹਾੜ, ਜਿਹੜਾ ਇਸ ਦੀ ਲੰਬਾਈ ਹੈ ਉਹ ਕਿੰਨੀ ਹੈ? 2400 ਕਿਲੋਮੀਟਰ, ਤੇ ਜੋ ਚੌੜਾਈ ਹੈ ਉਹ ਅੱਡ ਹੈ। ਜਿਹੜੀ ਹਿਮਾਚਲ ਪ੍ਰਦੇਸ਼ ਵਿੱਚ ਉਹ ਹੈ ਕਿੰਨੀ ਹੈ? 50 ਕਿਲੋਮੀਟਰ, ਤੇ ਬ੍ਰਹਮਪੁੱਤਰ ਘਾਟੀ ਵਿੱਚ ਕਿੰਨੀ ਹੈ? 15 ਕਿਲੋਮੀਟਰ। ਤੁਸੀਂ ਇਸ ਨੂੰ ਮੈਪ ਵਿੱਚ ਦੇਖ ਸਕਦੇ ਹੋ। ਇਹ ਜਿਹੜਾ ਆਪਣਾ ਭਾਰਤ ਦਾ ਨਕਸ਼ਾ ਹੈ, ਤੇ ਇਹ ਆਪਾਂ ਸ਼ਿਵਾਲਿਕ ਜਿਹੜਾ ਪਹਾੜ ਕੀਤਾ ਹੈ। ਤੁਸੀਂ ਦੇਖੋ ਜਿਹੜਾ ਬ੍ਰਹਮਪੁੱਤਰ ਹੈ ਉਹ ਕਿੱਧਰ ਹੈ? ਇੱਧਰ ਅਰੁਣਾਚਲ ਪ੍ਰਦੇਸ਼ ਵਿੱਚ ਇੱਧਰ, ਤੇ ਇੱਧਰ ਜਿਹੜਾ ਆਪਾਂ ਨੇ ਪੜ੍ਹਿਆ ਸੀ ਕਿ ਜਿਹੜਾ ਇਸ ਦੀ ਜੋ ਲੰਬਾਈ ਹੈ ਹਿਮਾਚਲ ਪ੍ਰਦੇਸ਼ ਵਿੱਚ 50, ਹਿਮਾਚਲ ਪ੍ਰਦੇਸ਼ ਵਿੱਚ ਜਿਹੜਾ, ਤੇ ਇੱਧਰ ਕਿੰਨਾ ਇਹ 50 ਕਿਲੋਮੀਟਰ, ਤੇ ਜਿੰਨਾ ਇੱਧਰ ਇਹ ਜਾਊਗਾ ਯਾਨੀ ਕਿ ਅਰੁਣਾਚਲ ਪ੍ਰਦੇਸ਼ ਵੱਲ ਜਾਊਗਾ, ਇੱਧਰ ਬ੍ਰਹਮਪੁੱਤਰ ਘਾਟੀ ਹੈ ਅਰੁਣਾਚਲ ਪ੍ਰਦੇਸ਼ ਵਿੱਚ, ਤੇ ਉੱਧਰ ਇਸ ਦੀ ਜਿਹੜੀ ਚੌੜਾਈ ਹੈ ਉਹ ਘੱਟ ਜਾਂਦੀ ਹੈ, ਯਾਨੀ ਕਿ ਕਿੰਨੀ ਰਹਿ ਜਾਂਦੀ ਹੈ? ਉਹ ਰਹਿ ਜਾਂਦੀ ਹੈ 15 ਕਿਲੋਮੀਟਰ। ਤੇ ਆਪਾਂ ਇਸ ਦਾ ਨੈਕਸਟ ਪੁਆਇੰਟ ਦੇਖਦੇ ਹਾਂ। ਇਸ ਵਿੱਚ ਚਟਾਨਾਂ ਹਨ ਜਿਨ੍ਹਾਂ ਦੀ ਰਚਨਾ ਚਿਕਣੀ ਮਿੱਟੀ ਅਤੇ ਰੇਤ ਨਾਲ ਹੋਈ ਹੈ। ਇਹਨਾਂ ਚਟਾਨਾਂ ਨੂੰ ਦੱਖਣ ਵਿੱਚ ਦੁਨ ਅਤੇ ਪੂਰਬ ਵਿੱਚ ਦੁਆਰ ਕਿਹਾ ਜਾਂਦਾ ਹੈ। ਦੇਖੋ ਇਸ ਵਿੱਚ ਜਿਹੜੀ ਚਟਾਨਾਂ ਹਨ, ਜੋ ਸ਼ਿਵਾਲਿਕ ਪਹਾੜ ਹੈ ਇਸ ਵਿੱਚ ਚਟਾਨਾਂ ਹਨ, ਬਹੁਤ ਸਾਰੀਆਂ ਚਟਾਨਾਂ ਹਨ ਜੋ ਲੰਬੀਆਂ, ਕੋਈ ਲੰਬੀ ਹੈ, ਕੋਈ ਛੋਟੀ ਹੈ, ਕੋਈ ਲੰਬੀ ਹੈ, ਕੋਈ ਛੋਟੀ ਹੈ, ਜਿਨ੍ਹਾਂ ਦੀ ਰਚਨਾ ਚਿਕਣੀ ਮਿੱਟੀ ਨਾਲ, ਕਿਹਦੇ ਨਾਲ? ਚਿਕਣੀ ਮਿੱਟੀ ਅਤੇ ਰੇਤ ਨਾਲ ਹੋਈ ਹੈ। ਇਹਨਾਂ ਚਟਾਨਾਂ ਨੂੰ ਦੱਖਣ ਵਿੱਚ, ਜਿਹੜਾ ਪਹਾੜ ਦਾ ਦੱਖਣੀ ਸਿਰਾ ਹੈ ਉਸ ਵਿੱਚ ਕੀ ਕਹਿੰਦੇ ਨੇ? ਧੁਨ, ਅਤੇ ਪੂਰਬ ਵਿੱਚ ਯਾਨੀ ਕਿ ਜਿਹੜਾ ਪਹਾੜ ਦਾ ਪੂਰਬੀ ਸਿਰਾ ਹੈ ਯਾਨੀ ਕਿ ਅਰੁਣਾਚਲ ਪ੍ਰਦੇਸ਼ ਵਿੱਚ ਇਸ ਨੂੰ ਦੁਆਰ ਕਿਹਾ ਜਾਂਦਾ ਹੈ। ਤੇ ਜਿਹੜਾ ਇਸ ਦਾ ਨੈਕਸਟ ਪੁਆਇੰਟ ਹੈ, ਸਭ ਤੋਂ ਵੱਧ ਬਨਸਪਤੀ ਇਸ ਹਿਮਾਲਿਆ ਤੇ ਹੈ। ਤੁਸੀਂ ਦੇਖੋਗੇ ਜਿਹੜਾ ਆਪਾਂ ਨੇ ਇਸ ਦੇ ਹਿਮਾਲਿਆ ਪਰਬਤ ਦੇ ਜਿਹੜੇ ਪਹਿਲੇ ਦੋ ਪੁਆਇੰਟ ਦੇਖੇ ਸੀ, ਕਿਹੜੇ ਟਰਾਂਸ ਹਿਮਾਲਿਆ ਤੇ ਉਸਤਮ ਹਿਮਾਲਿਆ, ਉਸ ਵਿੱਚ ਜ਼ਿਆਦਾ ਠੰਡ ਪੈਣ ਕਰਕੇ ਤੇ ਉਚਾਈ ਤੇ ਹੋਣ ਕਰਕੇ ਉਧਰ ਕੋਈ ਵੀ ਬਨਸਪਤੀ ਨਹੀਂ ਹੈ। ਤੇ ਜਿਹੜੀ ਬਨਸਪਤੀ ਹੈ ਉਹ ਹਿਮਾਲਿਆ ਪਰਬਤ ਤੇ ਕਿਸ ਥਾਂ ਤੇ ਹੈ? ਉਹ ਹੈਗਾ ਚੌਥੇ ਭਾਗ ਯਾਨੀ ਕਿ ਸ਼ਿਵਾਲਿਕ ਪਹਾੜ ਤੇ ਜਿਹੜੀ ਬਨਸਪਤੀ ਸਭ ਤੋਂ ਵੱਧ ਪਾਈ ਜਾਂਦੀ ਹੈ, ਕਿਉਂਕਿ ਇੱਥੇ ਤੁਸੀਂ ਦੇਖ ਲਿਆ ਕਿ ਚਿਕਨੀ ਮਿੱਟੀ ਅਤੇ ਰੇਤ ਮਿਲਦਾ ਹੈ, ਤਾਂ ਕਰਕੇ ਇੱਥੇ ਸਭ ਤੋਂ ਜ਼ਿਆਦਾ ਬਨਸਪਤੀ ਪਾਈ ਜਾਂਦੀ ਹੈ। ਤੇ ਆਪਾਂ ਹਿਮਾਲਿਆ ਪਰਬਤ ਦਾ ਜਿਹੜਾ ਪੰਜਵਾਂ, ਜਿਹੜਾ ਲਾਸਟ ਸਖਾਵਾ ਇਸ ਦਾ ਭਾਗ ਦੇਖ ਲੈਂਦੇ ਹਾਂ। ਤੇ ਤੁਸੀਂ ਇਸ ਨੂੰ ਮੈਪ ਰਾਹੀਂ ਦੇਖ ਸਕਦੇ ਹੋ ਕਿ ਸਖਾਵਾ ਕੀ ਹਨ, ਕਿ ਸਖਾਵਾ ਕਿੱਥੇ ਹਨ। ਆਪਾਂ ਨੇ ਦੇਖ ਲਿਆ ਇਹ ਹਿਮਾਲਿਆ ਪਰਬਤ ਹੈ, ਤੇ ਇੱਧਰ ਆਪਾਂ ਹੁਣ ਪਲਟ ਕੇ ਹਟਿਆ ਸ਼ਿਵਾਲਿਕ ਪਹਾੜ। ਤੇ ਤੁਸੀਂ ਦੇਖੋਗੇ ਭਾਰਤ ਵਿੱਚ ਕਿਧਰੇ ਛੋਟੀ ਛੋਟੀ ਪਹਾੜੀਆਂ ਨੇ, ਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਖਾਵਾ। ਉਹਨਾਂ ਨੂੰ ਸਖਾਵਾ ਕਿਹਾ ਜਾਂਦਾ ਹੈ। ਤੇ ਆਪਾਂ ਇਸ ਦੇ ਪੁਆਇੰਟ ਪੜ੍ਹਦੇ ਹਾਂ। ਇਸ ਦੇ ਜਿਹੜੇ ਪੁਆਇੰਟ ਹੈ ਤੁਸੀਂ ਦੇਖੋ, ਇਸ ਦੇ 2 ਪੁਆਇੰਟ ਬਣਦੇ ਨੇ। ਪਹਿਲਾ ਪੁਆਇੰਟ ਹੈ ਕਿ ਇਸ ਦੇ 2 ਭਾਗ ਹਨ, ਪੂਰਬੀ ਅਤੇ ਪੱਛਮੀ ਸਖਾਵਾ। ਆਪਾਂ ਨੇ ਮੈਪ ਵਿੱਚ ਦੇਖ ਲਿਆ ਕਿ ਇੱਧਰ ਛੋਟੇ ਛੋਟੇ ਪਹਾੜ ਹੈ ਉਹ ਹੈਗੇ ਨੇ ਪੂਰਬੀ ਸਖਾਵਾ, ਤੇ ਜੋ ਇੱਧਰ ਉੱਧਰ ਪਹਾੜ ਹੈ ਇਹ ਭਾਰਤ ਦੇ ਪੱਛਮ ਵੱਲ ਹੈ, ਤੇ ਇਸ ਨੂੰ ਬੋਲਦੇ ਆ ਪੱਛਮੀ ਸਖਾਵਾ। ਜਿਹੜਾ ਨੈਕਸਟ ਪੁਆਇੰਟ ਹੈ, ਪੂਰਬੀ ਸਖਾਵਾ ਨੂੰ ਪੂਰਵਾਂਚਲ ਵੀ ਕਿਹਾ ਜਾਂਦਾ ਹੈ। ਜਿਹੜਾ ਆਪਾਂ ਪੜ੍ਹ ਕੇ ਹਟਿਆ ਕਿ ਜਿਹੜੀ ਵੀ ਚੀਜ਼ ਪੂਰਬ ਵੱਲ ਹੋਵੇ, ਚਾਹੇ ਉਹ ਪਹਾੜੀਆਂ ਹੋਣ ਜਾਂ ਕੋਈ ਪਰਬਤ ਹੋਣ, ਉਸ ਨੂੰ ਆਪਾਂ ਪੂਰਵਾਂਚਲ ਕਹਿੰਦੇ ਆ। ਤੇ ਜਿਹੜੀਆਂ ਪਹਾੜੀਆਂ ਛੋਟੀ ਛੋਟੀ ਸਖਾਵਾਂ ਜਿਹੜੀ ਪੂਰਬ ਵੱਲ ਹੈ ਉਸ ਨੂੰ ਕੀ ਕਹਿੰਦੇ ਆਪਾਂ? ਪੂਰਵਾਂਚਲ ਸਖਾਵਾਂ। ਉਮੀਦ ਕਰ ਰਿਹਾ ਤੁਹਾਨੂੰ ਸਮਝ ਆ ਰਹੀ ਹੋਗੀ। ਤੇ ਆਪਾਂ ਹਿਮਾਲਿਆ ਪਰਬਤ ਕੰਪਲੀਟ ਕਰ ਲਿਆ,
ਤੇ ਜਿਹੜੇ ਭਾਰਤ ਦੇ ਭੂਗੋਲਿਕ ਦੇ 5 ਭਾਗ ਸੀ ਉਸ ਵਿੱਚੋਂ ਆਪਾਂ ਨੇ ਇੱਕ ਹੈ ਜਿਹੜਾ ਹਿਮਾਲਿਆ ਪਰਬਤ ਉਹ ਕੰਪਲੀਟ ਕਰ ਲਿਆ, ਜਿਹਨੂੰ ਆਪਾਂ ਹੁਣ ਕਰਕੇ ਹਟਿਆ। ਤੇ ਆਪਾਂ ਉਸ ਦਾ ਦੂਜਾ ਭਾਗ ਯਾਨੀ ਕਿ ਭਾਰਤ ਦਾ ਭੂਗੋਲਿਕ ਦੇ 5 ਭਾਗ ਨੇ, ਹਿਮਾਲਿਆ ਪਰਬਤ, ਉੱਤਰ ਦੇ ਵਿਸ਼ਾਲ ਮੈਦਾਨ ਤੇ ਪ੍ਰਾਇਦੀਪ ਪਠਾਰ, ਭਾਰਤੀ ਦੀਪ ਤੇ ਜਿਹੜੇ 5 ਭਾਗ ਹੈ। ਤੇ ਆਪਾਂ ਉਸ ਦਾ ਦੂਜਾ ਭਾਗ ਕਰਨ ਜਾ ਰਹੇ ਹਾਂ ਤੇ ਉਸ ਦਾ ਨਾਂ ਹੈ ਉੱਤਰ ਦੇ ਵਿਸ਼ਾਲ ਮੈਦਾਨ। ਉੱਤਰ ਦੇ ਵਿਸ਼ਾਲ ਮੈਦਾਨ ਤੁਸੀਂ ਦੇਖੋਗੇ ਇਸ ਵਿੱਚ ਲਿਖਿਆ ਕਿ ਉੱਤਰ ਯਾਨੀ ਕਿ ਇਹ ਉੱਤਰ ਵੱਲ ਹੈ, ਭਾਰਤ ਦੇ ਉੱਤਰ ਵੱਲ ਹੈ। ਤੁਸੀਂ ਮੈਪ ਵਿੱਚ ਦੇਖ ਸਕਦੇ ਹੋ ਇਹ ਭਾਰਤ ਦਾ ਜਿਹੜਾ ਉੱਤਰੀ ਸਿਰਾ ਬਣਦਾ ਹੈ, ਤੁਸੀਂ ਦੇਖ ਸਕਦੇ ਹੋ, ਤੇ ਇਹ ਭਾਰਤ ਦਾ ਦੱਖਣੀ ਸਿਰਾ ਬਣਦਾ ਹੈ। ਤੇ ਤੁਸੀਂ ਦੇਖੋਗੇ ਇਹਦੇ ਵਿੱਚ ਉੱਤਰ ਦੇ ਮੈਦਾਨ ਕਿੱਧਰ ਹੈ, ਤੇ ਤੁਸੀਂ ਦੇਖ ਸਕਦੇ ਹੋ ਇਹ ਡੱਬੇ ਵਿੱਚ ਜਿਹੜਾ ਤੁਸੀਂ ਦੇਖੋਗੇ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਲਿਖਿਆ ਕਿ ਉੱਤਰ ਭਾਰਤ ਦੇ ਮੈਦਾਨ। ਇੱਧਰ ਕੀ ਹੈ, ਭਾਰਤ ਦੇ ਜੋ ਉੱਤਰ ਦੇ ਵਿਸ਼ਾਲ ਮੈਦਾਨ ਹਨ। ਜਿਹੜਾ ਇਹ ਆਪਾਂ ਨੇ ਹਿਮਾਲਿਆ ਪਰਬਤ ਦੇਖਿਆ ਹੈ ਇਹਦੇ ਇੱਕਦਮ ਜਿਹੜਾ ਲਾਗੇ ਹੈ, ਮਤਲਬ ਇਹਦੇ ਜਿਹੜਾ ਦੱਖਣ ਵੱਲ ਹੈ ਉੱਤਰ ਭਾਰਤ ਦੇ ਜਿਹੜੇ ਵਿਸ਼ਾਲ ਮੈਦਾਨ ਹੈ। ਤੇ ਆਪਾਂ ਇਸ ਦੇ ਜਿਹੜੇ ਇੰਪੋਰਟੈਂਟ ਪੁਆਇੰਟ ਬਣਦੇ ਆ ਉਹ ਆਪਾਂ ਦੇਖ ਲੈਂਦੇ ਆ। ਤੇ ਆਪਾਂ ਇਸ ਦਾ ਪਹਿਲਾ ਪੁਆਇੰਟ ਪੜ੍ਹਦੇ ਆ ਜਿਹੜਾ ਭਾਰਤ ਦੇ ਜਿਹੜੇ ਉੱਤਰ ਦੇ ਵਿਸ਼ਾਲ ਮੈਦਾਨ ਹਨ। ਇਸ ਦਾ ਪਹਿਲਾ ਪੁਆਇੰਟ ਹੈ ਕਿ ਸਿੰਧ, ਗੰਗਾ, ਬ੍ਰਹਮਪੁੱਤਰ ਦੇ ਮੈਦਾਨ ਦੁਨੀਆ ਦੇ ਸਭ ਤੋਂ ਵੱਡੇ ਜਲੋੜ੍ਹ ਮਿੱਟੀ ਦੇ ਮੈਦਾਨਾਂ ਵਿੱਚੋਂ ਇੱਕ ਹੈ। ਇਸ ਵਿੱਚ ਕੀ ਕਿਹਾ ਗਿਆ ਧਿਆਨ ਨਾਲ ਸੁਣੋ। ਜਿਹੜਾ ਸਿੰਧ ਹੈ, ਗੰਗਾ ਹੈ, ਬ੍ਰਹਮਪੁੱਤਰ ਇਹ ਨਦੀਆਂ ਨੇ ਭਾਰਤ ਵਿੱਚ, ਤੇ ਮੈਦਾਨ ਦੁਨੀਆ ਦੇ ਸਭ ਤੋਂ ਵੱਡੇ ਜਲੋੜ੍ਹ ਮਿੱਟੀ ਦੇ ਮੈਦਾਨਾਂ ਵਿੱਚੋਂ ਇੱਕ ਹੈ। ਯਾਨੀ ਕਿ ਸੰਸਾਰ ਦੇ ਤੁਸੀਂ ਦੇਖ ਸਕਦੇ ਹੋ ਸੰਸਾਰ ਦੇ ਜਿਹੜੇ ਵੱਡੇ ਜਿੱਥੇ ਜਲੋੜ੍ਹ ਮਿੱਟੀ ਜ਼ਿਆਦਾ ਮਿਲਦੀ ਹੈ ਉਹ ਭਾਰਤ ਵਿੱਚ ਹੈ। ਤੇ ਉਹ ਭਾਰਤ ਵਿੱਚ ਜਿਹੜਾ ਸਿੰਧ ਹੈ, ਗੰਗਾ ਹੈ, ਉਹ ਬ੍ਰਹਮਪੁੱਤਰ ਨਦੀ ਹੈ ਉਸ ਦੇ ਮੈਦਾਨ ਹਨ। ਤੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੀ ਸਿੰਧ ਨਦੀ ਹੈ ਉਹ ਇੱਧਰ ਵੱਲ ਹੈ, ਤੇ ਜਿਹੜੀ ਗੰਗਾ ਨਦੀ ਹੈ ਉਹ ਆਪਾਂ ਨੇ ਪੜ੍ਹੀ ਕਿ ਇੱਧਰ ਹੈ, ਤੁਸੀਂ ਦੇਖੋਗੇ। ਤੇ ਜਿਹੜੀ ਬ੍ਰਹਮਪੁੱਤਰ ਨਦੀ ਆ ਆਪਾਂ ਪੜ੍ਹਿਆ ਅਰੁਣਾਚਲ ਪ੍ਰਦੇਸ਼ ਵਿੱਚ ਬ੍ਰਹਮਪੁੱਤਰ ਘਾਟੀ, ਤੇ ਉੱਧਰ ਤੋਂ ਬ੍ਰਹਮਪੁੱਤਰ ਨਦੀ ਜਿਹੜੀ ਨਿਕਲਦੀ ਹੈ। ਤੇ ਇਹ ਵਾਲੇ ਜਿਹੜੇ ਇਹ ਨਦੀਆਂ ਨੇ ਇਹ ਭਾਰਤ ਦੇ ਉੱਤਰ ਦੇ ਮੈਦਾਨ ਜਿਹੜੇ ਬਣਾਉਂਦੀਆਂ ਨੇ। ਤੇ ਆਪਾਂ ਇਸ ਦੇ ਜਿਹੜੇ ਅੱਗੇ ਪੁਆਇੰਟ ਪੜ੍ਹਦੇ ਹਾਂ। ਇਹ ਪੱਛਮ ਵਿੱਚ ਸਿੰਧ ਨਦੀ ਤੋਂ ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੱਕ ਸਮਾਂਤਰ ਫੈਲਿਆ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਭਾਰਤ ਦੇ ਨਕਸ਼ੇ ਵਿੱਚ ਕਿ ਜਿਹੜਾ ਉੱਤਰ ਦਾ ਮੈਦਾਨ ਹੈ, ਵਿਸ਼ਾਲ ਮੈਦਾਨ ਹੈ, ਉਹ ਜਿਹੜਾ ਪੱਛਮ ਤੋਂ ਲੈ ਕੇ ਸਿੰਧ ਨਦੀ ਤੋਂ ਲੈ ਕੇ ਪੂਰਬ ਵਿੱਚ ਬ੍ਰਹਮਪੁੱਤਰ ਘਾਟੀ ਤੱਕ ਸਮਾਂਤਰ ਫੈਲੇ ਹਨ। ਆਪਾਂ ਸਮਾਂਤਰ ਕਿਹੜਾ ਕਹਿੰਦੇ ਆ, ਆਪਾਂ ਸਮਾਂਤਰ ਜਿਹੜਾ ਇਹ ਲਾਈਨ ਹੈ ਤੇ ਇਸ ਦੇ ਸਮਾਂਤਰ ਇਹ ਦੂਜੀ ਲਾਈਨ ਆਪਾਂ ਖਿੱਚ ਲਈ, ਇਹਨੂੰ ਬੋਲਦੇ ਆਪਾਂ ਸਮਾਂਤਰ। ਤੇ ਤੁਸੀਂ ਦੇਖ ਸਕਦੇ ਹੋ ਇਹ ਸਮਾਂਤਰ ਫੈਲੇ ਹਨ, ਐਦਾਂ ਇਹ ਫੈਲੇ ਹੋਏ ਹੈ। ਤੇ ਆਪਾਂ ਇਸ ਦੇ ਅੱਗੇ ਪੁਆਇੰਟ ਪੜ੍ਹਦੇ ਹਾਂ। ਤੇ ਇਸ ਦਾ ਜਿਹੜਾ ਨੈਕਸਟ ਪੁਆਇੰਟ ਬਣਦਾ ਹੈ ਉਹ ਬਣਦਾ ਇਸ ਦਾ ਖੇਤਰਫਲ ਦਾ। ਇਸ ਦਾ ਖੇਤਰਫਲ 7 ਲੱਖ ਕਿਲੋਮੀਟਰ ਸਕੁਅਰ ਹੈ। ਜਿਹੜਾ ਆਪਾਂ ਨੇ ਹਿਮਾਲਿਆ ਪਰਬਤ ਪੜ੍ਹਿਆ ਸੀ ਉਹਦਾ ਖੇਤਰਫਲ ਕਿੰਨਾ ਸੀ, 5 ਲੱਖ ਕਿਲੋਮੀਟਰ ਸਕੁਅਰ। ਤੇ ਜਿਹੜਾ ਇਹ ਆਪਾਂ ਦੂਜਾ ਭਾਗ ਕਰ ਰਹੇ ਹਾਂ ਜਿਹੜਾ ਉੱਤਰ ਦੇ ਵਿਸ਼ਾਲ ਮੈਦਾਨ, ਤੇ ਇਸ ਦਾ ਖੇਤਰਫਲ ਕਿੰਨਾ ਹੈ, 7 ਲੱਖ ਕਿਲੋਮੀਟਰ ਸਕੁਅਰ। ਯਾਨੀ ਕਿ ਜਿਹੜਾ ਉੱਤਰ ਦਾ ਵਿਸ਼ਾਲ ਮੈਦਾਨ ਹੈ ਇਸ ਦਾ ਵੱਧ ਹੈ, 2 ਲੱਖ ਵੱਧ ਹੈ, ਯਾਨੀ ਕਿ 7 ਲੱਖ ਕਿਲੋਮੀਟਰ ਸਕੁਅਰ ਹੈ। ਅੱਗੇ ਇਸ ਦਾ ਪੁਆਇੰਟ ਬਣਦਾ ਹੈ ਇਸ ਦੀ ਲੰਬਾਈ ਦਾ। ਇਸ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ ਹੈ। ਜਿਹੜਾ ਹਿਮਾਲਿਆ ਪਰਬਤ ਹੈ ਉਹਦੀ ਵੀ ਲੰਬਾਈ ਕਿੰਨੀ ਸੀ, 24 ਕਿਲੋਮੀਟਰ। ਤੇ ਜਿਹੜਾ ਇਹ ਆਪਣਾ ਉੱਤਰ ਦੇ ਵਿਸ਼ਾਲ ਮੈਦਾਨ ਹੈ ਤੇ ਇਹਦੀ ਵੀ ਲੰਬਾਈ ਸੇਮ ਹੈ, ਕਿੰਨੀ ਹੈ, 2400 ਕਿਲੋਮੀਟਰ। ਤੇ ਚੌੜਾਈ ਹੈ ਉਹ 150 ਤੋਂ 300 ਕਿਲੋਮੀਟਰ ਹੈ। ਯਾਨੀ ਕਿਧਰੇ ਇਹ ਚੌੜਾ ਹੈ ਤੇ ਕਿਧਰੇ ਇਹ ਕਮ ਚੌੜਾ ਹੈ, ਤਾਂ ਕਰਕੇ ਇਹ ਕਿਧਰੇ 150 ਕਿਲੋਮੀਟਰ ਹੈ ਤੇ ਕਿਧਰੇ ਇਹ 300 ਕਿਲੋਮੀਟਰ ਹੈ। ਤੇ ਆਪਾਂ ਇਸ ਦਾ ਅੱਗੇ ਪੁਆਇੰਟ ਦੇਖਦੇ ਹਾਂ। ਇਸ ਦਾ ਨਿਰਮਾਣ ਪੱਛਮ ਵਿੱਚ ਸਤਲੁਜ ਨਦੀ, ਮੱਧ ਵਿੱਚ ਗੰਗਾ ਅਤੇ ਪੂਰਬ ਵਿੱਚ ਬ੍ਰਹਮਪੁੱਤਰ ਨਦੀਆਂ ਦੁਆਰਾ ਲਿਆਂਦੀ ਮਿੱਟੀਆਂ ਤੇ ਜਮ੍ਹਾਂ ਹੋਣ ਨਾਲ ਹੋਇਆ ਹੈ। ਜਿਹੜਾ ਇਹ ਆਪਾਂ ਪੜ੍ਹ ਰਹੇ ਹਾਂ ਉੱਤਰ ਦੇ ਵਿਸ਼ਾਲ ਮੈਦਾਨ, ਇਸ ਦਾ ਨਿਰਮਾਣ ਕਿਵੇਂ ਹੋਇਆ ਹੈ ਤੁਸੀਂ ਦੇਖੋਗੇ। ਜਿਹੜਾ ਆਪਣਾ ਭਾਰਤ ਦਾ ਨਕਸ਼ਾ ਦੇਖਿਆ ਸੀ ਇਹਦੇ ਉਹਦੇ ਪੱਛਮ ਵੱਲ ਜਿਹੜੀ ਸਿੰਧ ਨਦੀ ਤੇ ਉਹਦੇ ਵਿੱਚ ਨਿਕਲੀ ਹੋਈ ਸਤਲੁਜ ਨਦੀਆਂ, ਉਸ ਵਿੱਚੋਂ ਲਿਆਂਦੀ ਮਿੱਟੀ, ਤੇ ਮੱਧ ਵਿੱਚੋਂ ਗੰਗਾ ਦੁਆਰਾ ਲਿਆਂਦੀ ਮਿੱਟੀ, ਤੇ ਪੂਰਬ ਵਿੱਚ ਬ੍ਰਹਮਪੁੱਤਰ ਨਦੀਆਂ ਦੁਆਰਾ ਲਿਆਂਦੀ ਮਿੱਟੀਆਂ ਤੇ ਜਮ੍ਹਾਂ ਹੋਣ ਨਾਲ ਹੋਇਆ ਹੈ। ਕਿਹੜੀ ਮਿੱਟੀ ਹੈ, ਜਲੋੜ੍ਹ ਮਿੱਟੀ। ਤੇ ਇਸ ਨਾਲ ਇਸ ਦੀ ਜਿਹੜੀ ਜਨਮ ਹੋਇਆ ਹੈ ਉੱਤਰੀ ਵਿਸ਼ਾਲ ਮੈਦਾਨਾਂ ਦਾ। ਤੇ ਇਸ ਦਾ ਅੱਗੇ ਪੁਆਇੰਟ ਬਣਦਾ ਹੈ ਗੰਗਾ ਬ੍ਰਹਮਪੁੱਤਰ ਦੇ ਮੈਦਾਨਾਂ ਦੀਆਂ ਖੇਤਰੀ ਭਿੰਨਤਾਵਾਂ ਇਸ ਦੀ ਖਾਸੀਅਤ ਹਨ। ਜਿਹੜੇ ਇਸ ਦੀ ਜੋ ਖੇਤਰੀ ਭਿੰਨਤਾਵਾਂ ਨੇ ਉਹ ਖਾਸੀਅਤ ਹਨ।
ਇਸ ਆਧਾਰ ਤੇ ਹੀ ਇਸ ਨੂੰ ਆਪਾਂ 6 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਨੂੰ 6 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਜਿਹੜਾ ਇਹ ਆਪਾਂ ਕਰ ਰਹੇ ਹਾਂ ਉੱਤਰ ਦੇ ਵਿਸ਼ਾਲ ਮੈਦਾਨ, ਇਸ ਨੂੰ ਜਿਹੜਾ ਇਸ ਦੀ ਖਾਸੀਅਤ ਦੇ ਤੌਰ ਤੇ ਜਿਹੜੇ ਖੇਤਰੀ ਭਿੰਨਤਾਵਾਂ ਨੇ ਤੇ ਇਸ ਦੀ ਖਾਸੀਅਤ ਦੇ ਤੌਰ ਤੇ ਆਪਾਂ ਇਸ ਨੂੰ 6 ਭਾਗਾਂ ਵਿੱਚ ਵੰਡਦੇ ਹਾਂ ਤੇ ਆਪਾਂ ਇਸ ਦੇ ਜਿਹੜੇ 6 ਭਾਗ ਆ ਉਹ ਦੇਖ ਲੈਂਦੇ ਆ। ਤੇ ਇਸ ਦਾ ਜਿਹੜਾ ਪਹਿਲਾ ਭਾਗ ਬਣਦਾ ਹੈ ਉਹ ਬਣਦਾ ਹੈ ਬਾਬਰ। ਬਾਬਰ ਇਹ ਆਪਾਂ ਪੜ੍ਹਦੇ ਹਾਂ। ਇਹ ਸ਼ਿਵਾਲਿਕ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ ਜੋ ਸਿੰਧ ਦਰਿਆ ਤੋਂ ਤਿਸਤਾ ਦਰਿਆ ਤੱਕ ਸ਼ਿਵਾਲਿਕ ਤੋਂ ਪੂਰਵਾਂਚਲ ਤੱਕ ਪਹਾੜਾਂ ਦੇ ਨਾਲ ਚਲਦੀ ਹੈ। ਜਿਹੜਾ ਇਹ ਬਾਬਰ ਜਿਹੜਾ ਭਾਗ ਹੈ ਪਹਿਲਾ, ਤੇ ਇਹ ਕੀ ਹੈ ਜਿਹੜਾ ਸ਼ਿਵਾਲਿਕ ਆਪਾਂ ਪੜ੍ਹ ਕੇ ਹਟੇ ਹਾਂ, ਜਿਹੜਾ ਹਿਮਾਲਿਆ ਪਰਬਤ ਦਾ ਇੱਕ ਭਾਗ ਸੀ, ਉਸ ਦੇ ਬਿਲਕੁਲ ਪੈਰਾਂ ਵਿੱਚ 8 ਤੋਂ 16 ਕਿਲੋਮੀਟਰ ਇਹ ਚੌੜਾ ਹੈ ਜਿਹੜਾ ਬਾਬਰ ਦਾ ਖੇਤਰ ਹੈ, ਜੋ ਸਿੰਧ ਦਰਿਆ ਤੋਂ ਆਪਾਂ ਭਾਰਤ ਦੇ ਨਕਸ਼ੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਇਹਨੂੰ। ਜਿਹੜਾ ਇਹ ਭਾਰਤ ਦਾ ਨਕਸ਼ਾ ਹੈ ਤੇ ਇਹ ਜਿਹੜਾ ਸਿੰਧ ਨਦੀ ਹੈ ਇੱਧਰੋਂ ਤੋਂ ਲੈ ਕੇ ਇਹ ਜਿਹੜਾ ਇਹ ਜੋ ਯੈਲੋ ਕਲਰ ਹੈ ਤੁਸੀਂ ਦੇਖੋਗੇ, ਇਹ ਜਿਹੜਾ ਯੈਲੋ ਕਲਰ ਹੈ ਇਹ ਸ਼ਿਵਾਲਿਕ ਹੈ ਤੇ ਇਹ ਜਿਹੜਾ ਇੱਧਰ ਸਿੰਧ ਨਦੀ ਹੈ ਤੇ ਇੱਧਰ ਤੋਂ ਲੈ ਕੇ ਜਿਹੜਾ 8 ਤੋਂ 16 ਕਿਲੋਮੀਟਰ ਚੌੜੀ ਪੱਟੀ ਹੈ ਜੋ ਸ਼ਿਵਾਲਿਕ ਦੇ ਬਿਲਕੁਲ ਪੈਰ ਆ, ਯਾਨੀ ਕਿ ਇਹਦੇ ਨਾਲ ਸਮਾਂਤਰ ਪੂਰਵਾਂਚਲ ਤੱਕ ਇਹ ਜਾਂਦਾ ਹੈ। ਜਿਹੜਾ ਆਪਾਂ ਹੁਣ ਪੜ੍ਹ ਕੇ ਹਟਿਆ ਜਿਹੜਾ ਪੂਰਬ ਤੱਕ ਚੱਲ ਕੇ ਜਾਂਦਾ ਹੈ। ਇਸ ਦਾ ਨੈਕਸਟ ਪੁਆਇੰਟ ਆਪਾਂ ਦੇਖਦੇ ਹਾਂ। ਦੂਜਾ ਭਾਗ ਇਸ ਦਾ ਹੈ ਤਰਾਈ। ਪਹਿਲਾ ਕਿਹੜਾ ਸੀ ਬਾਬਰ ਤੇ ਦੂਜਾ ਭਾਗ ਹੈ ਤਰਾਈ। ਬਾਬਰ ਦੇ ਬਿਲਕੁਲ ਦੱਖਣ ਵਿੱਚ 15 ਤੋਂ 20 ਕਿਲੋਮੀਟਰ ਚੌੜੀ ਦਲਦਲੀ ਪੱਟੀ ਹੈ ਜੋ ਬਾਬਰ ਦੇ ਨਾਲ ਚੱਲਦੀ ਹੈ। ਇਸ ਪੱਟੀ ਨੂੰ ਤਰਾਈ ਕਿਹਾ ਜਾਂਦਾ ਹੈ। ਇਸ ਵਿੱਚ ਜ਼ਿਆਦਾ ਵਰਖਾ ਹੋਣ ਕਰਕੇ ਜੰਗਲ ਹਨ। ਜਿਹੜਾ ਇਸ ਦਾ ਦੂਜਾ ਭਾਗ ਹੈ ਇਸ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਇਹ ਬਾਬਰ ਦੇ ਬਿਲਕੁਲ ਦੱਖਣ ਵਿੱਚ ਤੁਸੀਂ ਦੇਖੋਗੇ, ਜੇ ਆਪਾਂ ਇੱਧਰ ਜੇ ਸ਼ਿਵਾਲਿਕ ਹੈ, ਇੱਧਰ ਜਿਹੜਾ ਬਾਬਰ ਹੈ ਖੇਤਰ ਹੈ ਤੇ ਇਸ ਦੇ ਦੱਖਣ ਵਿੱਚ ਭਾਰਤ ਦਾ ਇਹ ਉੱਤਰੀ ਸਿਰਾ ਹੈ ਤੇ ਆਪਾਂ ਇੱਧਰ ਵੱਲੋਂ ਜਾਵਾਂਗੇ ਉਹ ਦੱਖਣੀ ਸਿਰਾ ਬਣੇਗਾ। ਯਾਨੀ ਕਿ ਇਸ ਦੇ ਆਪਾਂ ਦੱਖਣ ਵਿੱਚ ਜਾਵਾਂਗੇ ਜਿਹੜਾ ਬਾਬਰ ਹੈ ਤੇ ਉਸਦੇ ਦੱਖਣ ਵਿੱਚ ਕੀ ਹੈ ਇੱਕਦਮ ਤਰਾਈ ਖੇਤਰ ਹੈ ਜੋ 15 ਤੋਂ 20 ਕਿਲੋਮੀਟਰ ਚੌੜੀ ਦਲਦਲੀ ਪੱਟੀ ਹੈ। ਯਾਨੀ ਕਿ ਇੱਧਰ ਦਲਦਲੀ ਪੱਟੀ ਹੈ, ਬਾਬਰ ਦੇ ਨਾਲ ਚੱਲਦੀ ਹੈ। ਇਹ ਬਾਬਰ ਦੇ ਨਾਲ ਜਾਂਦੀ ਹੈ, ਜਿਵੇਂ ਸਮਾਂਤਰ ਜਾਂਦੀ ਹੈ ਤੇ ਇਸ ਪੱਟੀ ਨੂੰ ਤਰਾਈ ਕਿਹਾ ਜਾਂਦਾ ਹੈ। ਇਸ ਵਿੱਚ ਜ਼ਿਆਦਾ ਵਰਖਾ ਹੋਣ ਕਰਕੇ ਜੰਗਲ ਹਨ। ਜਿਹੜਾ ਇਹ ਤਰਾਈ ਹੈ ਇਹਦੇ ਵਿੱਚ ਜ਼ਿਆਦਾ ਵਰਖਾ ਹੁੰਦੀ ਹੈ ਤੇ ਇੱਧਰ ਵਰਖਾ ਹੋਣ ਕਰਕੇ ਵੱਧ ਜੰਗਲ ਹਨ। ਇਸ ਦਾ ਆਪਾਂ ਨੈਕਸਟ ਪੁਆਇੰਟ ਦੇਖਦੇ ਹਾਂ। ਇਸ ਦਾ ਤੀਜਾ ਭਾਗ ਹੈ ਬਾਂਗਰ। ਕਿਹੜਾ ਬਾਂਗਰ। ਇਹ ਇਲਾਕੇ ਨਦੀਆਂ ਤੋਂ ਦੂਰ ਉੱਚੇ ਇਲਾਕੇ ਹੁੰਦੇ ਹਨ ਜਿੱਥੇ ਨਦੀਆਂ ਦੇ ਹੜ੍ਹਾਂ ਦਾ ਪਾਣੀ ਨਹੀਂ ਜਾਂਦਾ। ਤੁਸੀਂ ਦੇਖੋਗੇ ਜਿਹੜਾ ਬਾਂਗਰ ਹੈ, ਆਪਾਂ ਨੂੰ ਬਾਂਗਰ ਤੋਂ ਪੜ੍ਹਨ ਤੋਂ ਹੀ ਲੱਗਦਾ ਹੈ ਕਿ ਬਾਂਗਰ ਯਾਨੀ ਕਿ ਜਿਹੜਾ ਬੰਜਰ ਦਾ ਏਰੀਆ ਆ ਗਿਆ। ਇਹ ਇਲਾਕੇ ਨਦੀਆਂ ਤੋਂ ਦੂਰ ਉੱਚੇ ਇਲਾਕੇ ਹੁੰਦੇ ਹਨ। ਇਹ ਜਿਹੜੇ ਇਲਾਕੇ ਹੁੰਦੇ ਨੇ ਇਹ ਤੁਸੀਂ ਦੇਖੋ, ਜਿਹੜੇ ਇਹ ਨਦੀ ਹੈ ਤੇ ਇੱਧਰ ਤੋਂ ਇਹ ਉੱਚੇ ਇਲਾਕੇ ਹੁੰਦੇ ਹਨ ਤੇ ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਦੇਖਦੇ ਵੀ ਹਾਂ ਕਿ ਜਿਹੜਾ ਇਹ ਤੁਸੀਂ 1 ਮਿੰਟ ਦੇਖੋ, ਜਿਹੜਾ ਇਹ ਪਹਾੜ ਬਣਾ ਲਿਆ ਆਪਾਂ ਨੇ ਜਾਂ ਫਿਰ ਕੋਈ ਉੱਚੀ ਜ਼ਮੀਨ ਬਣਾ ਲਈ ਤੇ ਇੱਧਰ ਕੋਈ ਪਾਣੀ ਜਿਹੜਾ ਬਹਿ ਰਿਹਾ ਹੈ ਤੇ ਜਿਹੜਾ ਪਾਣੀ ਹੈ ਉਹ ਨੀਚੇ ਵੱਲ ਜ਼ਿਆਦਾ ਜਾਂਦਾ ਹੈ, ਉੱਪਰ ਵੱਲੇ ਜਾਂਦਾ ਨਹੀਂ ਹੈ। ਜਿਹੜਾ ਪਾਣੀ ਹੈ ਉਹ ਥੱਲੇ ਵੱਲ ਬਹਿੰਦਾ ਹੈ। ਉੱਦਾਂ ਹੀ ਜਿਹੜਾ ਇਹ ਨਦੀਆਂ ਹਨ, ਜਿਹੜਾ ਇਹ ਬਾਂਗਰ ਹੈ ਤੇ ਬਾਂਗਰ ਉੱਚਾ ਇਲਾਕਾ ਹੈ ਤੇ ਜਿਹੜੀ ਇਹ ਨਦੀਆਂ ਹੁੰਦੀਆਂ ਨੇ ਇਹਦੇ ਜਿਹੜਾ ਸਮਾਂਤਰ ਲੰਘਦੀਆਂ ਹਨ। ਇਹ ਨਦੀਆਂ ਉੱਚੇ ਵੱਲ ਹੋਣ ਕਰਕੇ ਬਾਂਗਰ ਏਰੀਆ ਉਧਰ ਨਦੀਆਂ ਦਾ ਪਾਣੀ ਹੈ ਜਿਹੜਾ ਉਹ ਜਾਣ ਨਹੀਂ ਪਾਉਂਦਾ, ਤਾਂ ਕਰਕੇ ਇਹ ਬਾਂਗਰ ਜ਼ਮੀਨ ਬਣ ਜਾਂਦੀ ਹੈ। ਕਿਉਂ ਬਣ ਜਾਂਦੀ ਹੈ? ਕਿਉਂਕਿ ਇਹ ਉੱਚਾ ਏਰੀਆ ਹੁੰਦਾ ਹੈ। ਇਸ ਦਾ ਅੱਗੇ ਪੁਆਇੰਟ ਹੈ, ਇਸ ਮਿੱਟੀ ਵਿੱਚ ਕੰਕਰਾਂ ਦੀ ਬਹੁਤਾਤ ਹੋਣ ਕਰਕੇ ਇਹ ਖੇਤੀ ਲਈ ਲਾਹੇਵੰਦ ਨਹੀਂ ਹੈ। ਆਪਾਂ ਨੇ ਪਤਾ ਹੈ ਕਿ ਜਿਹੜਾ ਬਾਂਗਰ ਹੈ ਯਾਨੀ ਕਿ ਬੰਜਰ ਜ਼ਮੀਨ ਹੈ ਉਹ ਖੇਤਾਂ ਲਈ ਉਪਜਾਊ ਨਹੀਂ ਹੁੰਦੀ। ਪੰਜਾਬ, ਹਰਿਆਣਾ ਤੇ ਪੂਰਵਾਂਚਲ ਵਿੱਚ ਇਸ ਨੂੰ ਰੇ ਕਲਰ ਤੇ ਡਹਾਇਆ ਕਹਿੰਦੇ ਹਨ। ਕੀ ਕਹਿੰਦੇ ਹਨ? ਜਿਹੜਾ ਬੰਜਰ ਜ਼ਮੀਨ ਹੈ, ਜਿਹੜਾ ਬੰਜਰ ਖੇਤਰ ਹੈ, ਉਸ ਨੂੰ ਪੰਜਾਬ, ਹਰਿਆਣਾ ਤੇ ਪੂਰਵਾਂਚਲ ਵਿੱਚ ਰੇ ਕਲਰ ਤੇ ਡਹਾਇਆ ਕਹਿੰਦੇ ਹਨ। ਤੇ ਆਪਾਂ ਇਸ ਦਾ ਚੌਥਾ ਭਾਗ ਦੇਖਦੇ ਹਾਂ। ਚੌਥਾ ਭਾਗ ਹੈ ਖਾਦਰ। ਤੇ ਤੁਸੀਂ ਦੇਖ ਸਕਦੇ ਹੋ ਖਾਦਰ ਕਿਵੇਂ ਬਣਦਾ ਹੈ। ਖਾਦ ਪਲਸ ਰ, ਯਾਨੀ ਕਿ ਜਿਹੜਾ ਖਾਦ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਸ ਮਿੱਟੀ ਵਿੱਚ ਖਾਦ ਹੋਵੇਗੀ ਤੇ ਜਿਸ ਵਿੱਚ ਖਾਦ ਹੁੰਦੀ ਹੈ ਉਹ ਉਪਜਾਊ ਮਿੱਟੀ ਹੁੰਦੀ ਹੈ। ਤੇ ਆਪਾਂ ਇਸ ਦਾ ਪੁਆਇੰਟ ਪੜ੍ਹ ਕੇ ਦੇਖਦੇ ਹਾਂ। ਇਹ ਨਵੀਂ ਜਲੋਢੀ ਮਿੱਟੀ ਹੈ। ਇਹ ਦਰਿਆ ਦੇ ਨਾਲ ਲੱਗਦੇ ਨੀਵੇਂ ਇਲਾਕੇ ਵਿੱਚ ਹੜ੍ਹਾਂ ਦੁਆਰਾ
ਵਿਛਾਈ ਜਾਂਦੀ ਹੈ। ਇਹ ਮਿੱਟੀ ਜ਼ਿਆਦਾ ਉਪਜਾਊ ਹੋਣ ਕਰਕੇ ਪੰਜਾਬ ਵਿੱਚ ਅਜਿਹੇ ਮਿੱਟੀ ਵਾਲੇ ਇਲਾਕਿਆਂ ਨੂੰ ਬੇਟ ਕਿਹਾ ਜਾਂਦਾ ਹੈ। ਇਹ ਜਿਹੜਾ ਖਾਦਰ ਹੈ ਇਹ ਨਵੀਂ ਜਲੋੜ ਮਿੱਟੀ ਹੁੰਦੀ ਹੈ, ਅਤੇ ਜਿਹੜੀ ਜਲੋੜ ਮਿੱਟੀ ਹੁੰਦੀ ਹੈ ਉਹ ਬਹੁਤ ਉਪਜਾਊ ਹੁੰਦੀ ਹੈ। ਤਾਂ ਕਰਕੇ ਜਿਹੜੀ ਖਾਦਰ ਮਿੱਟੀ ਹੈ ਉਹ ਇੱਕ ਨਵੀਂ ਜਲੋੜ ਮਿੱਟੀ ਹੈ। ਇਹ ਦਰਿਆ ਦੇ ਨਾਲ ਲੱਗਦੇ ਨੀਵੇਂ ਇਲਾਕੇ ਵਿੱਚ ਹੜ੍ਹਾਂ ਦੁਆਰਾ ਵਿਛਾਈ ਜਾਂਦੀ ਹੈ। ਜਿਹੜਾ ਆਪਾਂ ਨੇ ਇਸ ਦਾ ਪਹਿਲਾ ਪੁਆਇੰਟ ਦੇਖਿਆ ਸੀ ਕਿ ਜਿਹੜਾ ਬੰਜਰ ਹੈ ਉਹ ਉੱਚਾ ਇਲਾਕਾ ਹੁੰਦਾ ਹੈ, ਅਤੇ ਜਿਹੜਾ ਖਾਦਰ ਹੈ ਉਹ ਨੀਵਾਂ ਇਲਾਕਾ ਹੁੰਦਾ ਹੈ, ਅਤੇ ਜਿਹੜਾ ਪਾਣੀ ਹੈ ਉਹ ਨੀਵੇਂ ਵੱਲ ਜਾਂਦਾ ਹੈ। ਤਾਂ ਕਰਕੇ ਇਹ ਜਿਹੜੀ ਜ਼ਮੀਨ ਹੈ ਉਪਜਾਊ ਹੁੰਦੀ ਹੈ। ਇਹ ਮਿੱਟੀ ਜ਼ਿਆਦਾ ਉਪਜਾਊ ਹੋਣ ਕਰਕੇ ਪੰਜਾਬ ਵਿੱਚ ਅਜਿਹੇ ਮਿੱਟੀ ਵਾਲੇ ਇਲਾਕਿਆਂ ਨੂੰ ਬੇਟ ਕਿਹਾ ਜਾਂਦਾ ਹੈ। ਇਹ ਇੰਪੋਰਟੈਂਟ ਹੈ ਕਿ ਖਾਦਰ ਜਿਹੜਾ ਖੇਤਰ ਹੈ ਉਸ ਨੂੰ ਪੰਜਾਬ ਵਿੱਚ ਕੀ ਕਿਹਾ ਜਾਂਦਾ ਹੈ? ਬੇਟ। ਤੁਸੀਂ ਇਹ ਕਾਪੀ ਦੇ ਵਿੱਚ ਨੋਟ ਕਰ ਵੀ ਸਕਦੇ ਹੋ। ਅਤੇ ਆਪਾਂ ਇਸ ਦਾ ਨੈਕਸਟ ਭਾਗ ਦੇਖਦੇ ਹਾਂ, ਜਿਹੜਾ ਪੰਜਵਾਂ ਭਾਗ ਹੈ, ਰੇਹ ਜਾਂ ਕਲਦਰੀ ਮਿੱਟੀ ਦੇ ਮੈਦਾਨ। ਇਹ ਬੰਜਰ ਮੈਦਾਨ ਹਨ। ਆਪਾਂ ਨੇ ਜਿਹੜਾ ਚੌਥਾ ਪੁਆਇੰਟ ਇਸ ਦਾ ਪੜ੍ਹ ਕੇ ਉਹ ਜਿਹੜਾ ਤੀਜਾ ਪੁਆਇੰਟ ਪੜ੍ਹ ਕੇ ਹਟਿਆ ਬੰਜਰ, ਇਹ ਵੀ ਜਿਹੜਾ ਰੇਹ ਜਾਂ ਕਲਦਰੀ ਮਿੱਟੀ ਹੈ ਇਹ ਵੀ ਬੰਜਰ ਮੈਦਾਨ ਹਨ, ਅਤੇ ਇਹਨਾਂ ਦੀ ਮਿੱਟੀ ਖਾਰੀ ਹੁੰਦੀ ਹੈ। ਇਹ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਮਿਲਦੇ ਹਨ। ਜਿਹੜਾ ਇਹ ਰੇਹ ਅਤੇ ਕਲਦਰੀ ਮਿੱਟੀ ਹੈ ਇਹਦੇ ਮੈਦਾਨ ਜਿਹੜੇ ਹਰਿਆਣੇ ਅਤੇ ਉੱਤਰ ਪ੍ਰਦੇਸ਼ ਵਿੱਚ ਜ਼ਿਆਦਾਤਰ ਮਿਲਦੇ ਹਨ। ਆਪਾਂ ਇਸ ਦਾ ਜਿਹੜਾ ਲਾਸਟ ਭਾਗ ਹੈ ਜਿਹੜਾ ਉੱਤਰੀ ਵਿਸ਼ਾਲ ਮੈਦਾਨਾਂ ਦਾ, ਜੋ ਇਸ ਦੇ ਇਲਾਕਿਆਂ ਦੇ ਖਾਸੀਅਤ ਦੇ ਇਸ ਦੇ 6 ਭਾਗ ਵੰਡੇ ਸੀ। ਆਪਾਂ ਉਸਦਾ ਜਿਹੜਾ 6ਵਾਂ ਹੈ ਉਹ ਆਪਾਂ ਭਾਗ ਦੇਖਦੇ ਹਾਂ, ਉਹਦਾ ਨਾਂ ਹੈ ਪੁਰ। ਅਤੇ ਆਪਾਂ ਇਸ ਨੂੰ ਪੜ੍ਹਦੇ ਹਾਂ, ਗੰਗਾ ਯਮੁਨਾ ਦੋਆਬ ਵਿੱਚ ਮੈਦਾਨਾਂ ਨੂੰ ਬੁਰ ਕਿਹਾ ਜਾਂਦਾ ਹੈ। ਇੱਕ ਗੱਲ ਹੈ ਜਿਹੜੀ ਤੁਸੀਂ ਧਿਆਨ ਦਿਓ ਕਿ ਜਿਹੜਾ ਦੋਆਬ ਹੈ ਉਹ ਦੋਆਬ ਕੀ ਹੁੰਦਾ ਹੈ। ਤੁਸੀਂ ਦੇਖੋਗੇ ਕਿ ਜਿਹੜਾ ਦੋਆਬ ਹੈ ਇਹ ਬਣਿਆ 2+ ਆਬ ਤੋਂ, 2+ ਆਬ ਤੋਂ, ਅਤੇ 2 ਦਾ ਮਤਲਬ ਤਾਂ 2 ਹੋ ਗਿਆ ਯਾਨੀ ਕਿ 2, ਅਤੇ ਆਬ ਦਾ ਮਤਲਬ ਹੋ ਗਿਆ ਪਾਣੀ, ਯਾਨੀ ਕਿ ਜਿਹੜਾ 2 ਨਦੀਆਂ ਦੇ ਵਿਚਾਲ ਦੀ ਜਿਹੜੀ ਪਾਣੀ ਦਾ ਇਲਾਕਾ ਹੁੰਦਾ ਹੈ, ਯਾਨੀ ਕਿ 2 ਨਦੀਆਂ ਦੇ ਵਿਚਕਾਰ ਦਾ ਇਲਾਕਾ ਹੁੰਦਾ ਹੈ, ਉਸ ਨੂੰ ਆਪਾਂ ਬੋਲਦੇ ਹਾਂ ਦੁਆਬ। ਅਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬੁਰ ਹੈ ਗੰਗਾ ਯਮੁਨਾ, ਜਿਹੜੀ ਗੰਗਾ ਨਦੀ ਹੈ ਇੱਕ ਯਮੁਨਾ ਨਦੀ ਹੈ, ਇਸ ਦੇ ਵਿਚਾਲੇ ਦਾ ਇਲਾਕਾ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਪੁਰ। ਮੈਦਾਨਾਂ ਨੂੰ ਪੁਰ ਕਿਹਾ ਜਾਂਦਾ ਹੈ। ਤੁਸੀਂ ਸਮਝ ਵੀ ਗਏ ਹੋਣੇ ਕਿ ਜਿਹੜਾ 2 ਆਬ ਯਾਨੀ ਕਿ 2 ਨਦੀਆਂ ਦੇ ਵਿਚਕਾਰ ਦਾ ਇਲਾਕਾ ਕੀ ਹੁੰਦਾ ਹੈ? ਦੁਆਬ ਖੇਤਰ। ਅਤੇ ਜਿਹੜਾ ਪੁਰ ਹੈ ਉਹ ਕਿੱਧਰ ਹੈ? ਗੰਗਾ ਅਤੇ ਯਮੁਨਾ ਨਦੀ ਦੇ ਵਿਚਕਾਰ। ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਇਹ ਪੜ੍ਹਾਇਆ ਉਹ ਸਮਝ ਲੱਗ ਗਿਆ ਹੋਣਾ। ਅਤੇ ਆਪਾਂ ਜਿਹੜਾ ਇਸ ਦਾ ਨੈਕਸਟ ਪਾਰਟ ਹੈ ਉਹ ਆਪਾਂ ਜਲਦ ਲੈ ਕੇ ਆਵਾਂਗੇ। ਅਤੇ ਆਪਾਂ ਇੱਕ ਗੱਲ ਹੋਰ ਕਰਦੇ ਹਾਂ ਕਿ ਜਿਹੜਾ ਆਪਣੀ ਸੋਲਵਰ ਅਕੈਡਮੀ ਹੈ, ਸੋਲਵਰ ਅਕੈਡਮੀ ਤੁਹਾਨੂੰ ਜਿਹੜੀ ਹਰੇਕ ਵਿਸ਼ੇ ਦੀ ਜੋ ਫੁੱਲ ਸਿਲੇਬਸ ਦੀ ਕਲਾਸ ਹੈ ਉਹ ਬਿਲਕੁਲ ਮੁਫਤ ਪ੍ਰੋਵਾਈਡ ਕਰੇਗੀ, ਉਹ ਵੀ ਥਿਓਰੀ ਅਤੇ MCQ ਨਾਲ। ਜਿਹੜੀ ਆਪਣੀ ਸੋਲਵਰ ਅਕੈਡਮੀ ਹੈ, ਆਪਣੀ ਖੁਦ ਦੀ ਸੋਲਵਰ ਅਕੈਡਮੀ ਹੈ, ਇਹ ਬਿਲਕੁਲ ਮੁਫਤ ਹੈ, ਅਤੇ ਤੁਹਾਨੂੰ ਜਿਹੜਾ ਫੁੱਲ ਸਿਲੇਬਸ ਦੀ ਤਿਆਰੀ ਜਿਹੜੀ ਕਰਵਾਉਗੀ ਬਿਲਕੁਲ ਮੁਫਤ ਵਿੱਚ, ਉਹ ਵੀ ਥਿਓਰੀ ਅਤੇ MCQ ਨਾਲ। ਅਤੇ ਹੁਣੇ ਆਪਣੀ ਸੋਲਵਰ ਅਕੈਡਮੀ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਅੱਗੇ ਵੀ ਸ਼ੇਅਰ ਕਰੋ।